ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਦੇ ਉੱਤੇ ਮੈਂ ਵਿਚਾਰ ਕਰਾਂਗਾ, ਕੁਝ ਚੰਗੀਆਂ ਖਬਰਾਂ ਨੇ। ਸਭ ਤੋਂ ਪਹਿਲੀ ਖਬਰ, ਰੂਸ ਵਾਲੇ ਪਾਸਿਓਂ ਇੱਕ ਚੰਗੀ ਖਬਰ ਆ ਗਈ ਹੈ। ਦੁਨੀਆ ਦਵਾਈ ਦੀ ਉਡੀਕ ਕਰ ਰਹੀ ਹੈ। ਰੂਸ ਦੇ ਵਿਗਿਆਨੀਆਂ ਨੇ ਅਤੇ ਰੂਸ ਦੇ ਇੱਕ ਕੈਬਨਿਟ ਮਿਨਿਸਟਰ ਨੇ ਐਲਾਨ ਕਰ ਦਿੱਤਾ ਕਿ ਅਸੀਂ ਦਵਾਈ ਬਣਾ ਲਈ ਹੈ। ਇਹ ਦਵਾਈ ਕਦੋਂ ਆਉਣੀ ਹੈ? ਜਿੱਥੇ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਤੇ ਉੱਥੇ ਕੁਝ ਵਿਗਿਆਨੀਆਂ ਨੇ ਇਹਦੇ ਉੱਤੇ ਕਿਹੋ ਜਿਹੀਆਂ ਟਿੱਪਣੀਆਂ ਕੀਤੀਆਂ ਨੇ, ਇਹ ਖਬਰ ਸਾਂਝੀ ਕਰਾਂਗਾ। ਇਜ਼ਰਾਈਲ ਵਾਲੇ ਪਾਸਿਓਂ ਵੀ ਇੱਕ ਇਸੇ ਤਰ੍ਹਾਂ ਦੀ ਖਬਰ ਆ ਗਈ ਹੈ। ਇਜ਼ਰਾਈਲ ਵਾਲਿਆਂ ਨੇ ਮਈ ਮਹੀਨੇ ਵੀ ਆਖਿਆ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਰੋਨਾ ਦੀ ਦਵਾਈ ਦੇ ਬਾਬਤ। ਕੀ ਐਲਾਨ ਕੀਤਾ, ਖਬਰ ਸਾਂਝੀ ਕਰਦੇ ਹਾਂ। ਤੇ ਇਸੇ ਤਰੀਕੇ ਮੱਧ ਪ੍ਰਦੇਸ਼ ਦੇ ਵਿੱਚੋਂ ਇੱਕ ਮੰਦਭਾਗੀ ਖਬਰ ਮਿਲੀ ਹੈ। ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਗਈ ਹੈ। ਉਹਨੂੰ ਵਾਲਾਂ ਤੋਂ ਕੇਸਾਂ ਤੋਂ ਫੜ ਕੇ ਪੁਲਿਸ ਵੱਲੋਂ ਘੜੀਸਿਆ ਗਿਆ। ਇਹ ਖਬਰ ਵੀ ਸਾਂਝੀ ਕਰਾਂਗੇ। ਸੋਨੂ ਸੂਦ ਜਦੋਂ ਦੀ ਕਰੋਨਾ ਵਾਇਰਸ ਦੀ ਬਿਮਾਰੀ ਆਈ ਹੈ, ਉਦੋਂ ਤੋਂ ਲਗਾਤਾਰ ਸੁਰਖੀਆਂ ਵਿੱਚ ਨੇ। ਭਾਵੇਂ ਵਿਦੇਸ਼ ਦੇ ਵਿੱਚ ਫਸੇ ਨੌਜਵਾਨਾਂ ਨੂੰ ਭਾਰਤ ਲਿਜਾਣ ਦਾ ਮੁੱਦਾ ਹੋਵੇ, ਭਾਵੇਂ ਲੋੜਵੰਦਾਂ ਦੀ ਮਦਦ ਦਾ ਮਾਮਲਾ ਹੋਵੇ, ਆ ਹੁਣ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮੋਏ ਲੋਕਾਂ ਦੀ ਖਬਰ ਜਦੋਂ ਉਹਨਾਂ ਦੇ ਕੰਨੀ ਪਈ ਹੈ, ਸੋਨੂ ਸੂਦ ਨੇ ਇੱਕ ਅਹਿਮ ਟਵੀਟ ਕੀਤਾ, ਉਹ ਤੁਹਾਡੇ ਨਾਲ ਸਾਂਝਾ ਕਰਾਂਗਾ। ਤੁਹਾਨੂੰ ਪਤਾ ਹੈ ਕਿ ਬਾਜਵਾ ਸਾਹਿਬ ਤੇ ਦੁੱਲੋ ਸਾਹਿਬ ਜਿਹੜੇ ਕਾਂਗਰਸ ਪਾਰਟੀ ਦੇ ਰਾਜ ਸਭਾ ਦੇ ਸੰਸਦ ਮੈਂਬਰ ਨੇ, ਉਹਨਾਂ ਦੇ ਉੱਤੇ ਇਸ ਵਕਤ ਕਾਂਗਰਸ ਪਾਰਟੀ ਵਿੱਚ ਸਿਆਸਤ ਗਰਮਾਈ ਹੋਈ ਹੈ। ਪਰ ਬਾਜਵਾ ਸਾਹਿਬ ਅੱਜ ਫੇਰ ਲਾਲ ਪੀਲੇ ਨਜ਼ਰ ਆਏ ਨੇ। ਉਹਨਾਂ ਨੇ ਸੁਨੀਲ ਜਾਖੜ ਹੋਰਾਂ ਨੂੰ ਖਰੀਆਂ ਸੁਣਾ ਦਿੱਤੀਆਂ। ਇਹ ਖਬਰ ਸਾਂਝੀ ਕਰੂੰਗਾ। ਇਹਦੇ ਨਾਲ ਜੈਤੋ ਦੀ ਇੱਕ ਧੀ ਹੈ, ਸਧਾਰਨ ਵਪਾਰੀ ਦੀ, ਸਧਾਰਨ ਦੁਕਾਨਦਾਰ ਦੀ ਧੀ ਨੇ IAS ਦੀ ਪ੍ਰੀਖਿਆ ਪਾਸ ਕਰ ਲਈ ਹੈ। ਜੈਤੋ ਦੀ ਪਹਿਲੀ ਧੀ ਬਣੀ ਆ, ਉਹ ਪਹਿਲੀ ਮੁਟਿਆਰ ਹੈ ਜਿਹੜੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਦੇ ਵਿੱਚ ਕਾਮਯਾਬ ਰਹੀ ਹੈ। ਉਹਦਾ ਕੀ ਕਹਿਣਾ ਹੈ ਤੇ ਉਹਦੇ ਬਾਪ ਦਾ ਕੀ ਕਹਿਣਾ ਹੈ ਅਤੇ ਉਹਦਾ ਰੈਂਕ ਕਿੰਨਮ ਹੈ, ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਹੁਣ ਇਹਨਾਂ ਸਾਰੀਆਂ ਖਬਰਾਂ ਨੂੰ ਵਿਸਥਾਰਦੇ ਹਾਂ, ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਹਾਲੇ ਤੱਕ ਮੇਰਾ ਚੈਨਲ ਦੇਖਦੇ ਤਾਂ ਰੋਜ਼ਾਨਾ ਹੋ, ਪਰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਤੇ ਲਾਈਕ ਵਾਲਾ ਬਟਨ ਵੀ ਦਬਾਉਣਾ ਨਾ ਭੁੱਲਿਓ। ਤੇ ਇਹਨਾਂ ਤੋਂ ਵੀ ਲਾਜ਼ਮੀ ਗੱਲ ਹੈ, ਜੇਕਰ ਸਬਸਕ੍ਰਾਈਬ ਕਰ ਲੈਂਦੇ ਹੋ ਤਾਂ ਨੋਟੀਫਿਕੇਸ਼ਨ ਵਾਲਾ ਬਟਨ ਔਨ ਕਰਨਾ ਬਹੁਤ ਲਾਜ਼ਮੀ ਹੈ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕੋਈ ਨਵਾਂ ਵੀਡੀਓ ਅਪਲੋਡ ਕਰ ਦਿੱਤਾ ਗਿਆ। ਸਭ ਤੋਂ ਪਹਿਲੀ ਖਬਰ ਕਰੋਨਾ ਵਾਇਰਸ ਦੀ ਦਵਾਈ ਦੇ ਨਾਲ ਜੁੜੀ ਹੋਈ ਹੈ। ਕਰੋਨਾ ਵਾਇਰਸ ਦੀ ਦਵਾਈ ਨੂੰ ਲੈ ਕੇ ਦੁਨੀਆ ਦੇ ਲਗਭਗ ਬਹੁਤ ਸਾਰੇ ਮੁਲਕ ਨੇ ਜਿਹੜੇ ਖੋਜ ਕਰ ਰਹੇ ਨੇ, ਪੜਤਾਲ ਕਰ ਰਹੇ ਨੇ ਤੇ ਵੈਕਸੀਨ ਦੀ ਤਿਆਰੀ ਵਿੱਚ ਨੇ। ਅਮਰੀਕਾ ਨੂੰ ਲੱਗਦਾ ਕਿ ਮੈਂ ਪਹਿਲਾਂ ਬਣਾ ਦਾਂ ਤੇ ਬਰਤਾਨੀਆ ਨੂੰ ਲੱਗਦਾ ਮੈਂ ਪਹਿਲਾਂ ਬਣਾ ਦਾਂ। ਪਰ ਰੂਸ ਦੇ ਸਿਹਤ ਮੰਤਰੀ ਨੇ ਜਿਹੜੀ ਬਿਆਨ ਦਾਗਿਆ, ਉਹ ਆਪਣੇ ਆਪ ਦੇ ਵਿੱਚ ਅਹਿਮ ਹੈ। ਉਹ ਕਹਿੰਦੇ ਸਪੇਸ ਦੇ ਵਿੱਚ ਸਭ ਤੋਂ ਪਹਿਲਾ ਸੈਟੇਲਾਈਟ ਰੂਸ ਨੇ ਦਾਗਿਆ ਸੀ। ਜਦੋਂ ਅਸੀਂ ਉਹ ਪਹਿਲਾ ਸੈਟੇਲਾਈਟ ਦਾਗਿਆ ਤੇ ਅਮਰੀਕਾ ਦੇ ਵਿਗਿਆਨੀਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸੀ। ਆ ਵੀ ਕਹਿੰਦੇ ਲਗਭਗ ਉਸੇ ਤਰ੍ਹਾਂ ਦਾ ਇੱਕ ਹੋਰ ਇਤਿਹਾਸ ਆ, ਰੂਸ ਫਿਰ ਤੋਂ ਸਿਰਜਣ ਜਾ ਰਿਹਾ ਹੈ। ਰੂਸ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਅਸੀਂ ਕਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਪੂਰਾ ਕਰ ਲਿਆ ਤੇ ਹੁਣ ਵਿਗਿਆਨੀਆਂ ਨੇ ਫੈਸਲਾ ਕਰਨਾ ਹੈ ਕਿ ਉਹ ਕਿਹੜੇ ਦਿਨ ਦਾ ਐਲਾਨ ਕਰਦੇ ਨੇ, ਕਿਹੜੀ ਤਰੀਕ ਦਾ ਐਲਾਨ ਕਰਦੇ ਨੇ ਕਿ ਦਵਾਈ ਆਮ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ। ਜਦੋਂ ਹੁਣ ਉਹਨਾਂ ਨੇ ਇਹ ਬਿਆਨ ਦਿੱਤਾ, ਉਹਦੇ ਤੋਂ ਬਾਅਦ ਕੁਝ ਵਿਗਿਆਨੀਆਂ ਨੇ ਆਖਿਆ ਕਿ ਜਲਦਬਾਜ਼ੀ ਹੈ, ਦੇਖਿਓ ਕਿਤੇ ਨੁਕਸਾਨ ਨਾ ਕਰ ਬੈਠਿਓ। ਪਰ ਰੂਸ ਦੇ ਸਿਹਤ ਮੰਤਰੀ ਦਾ ਕਹਿਣਾ, ਰੂਸ ਦੇ ਵਿਗਿਆਨੀਆਂ ਦਾ ਇਸ ਚੀਜ਼ ਉੱਤੇ ਮੋਹਰ ਲਾਉਣਾ ਕਿ ਤੁਸੀਂ ਫਿਕਰ ਨਾ ਕਰੋ। ਇਹ ਹੈ ਗਾਮਾਲੇਆ ਇੰਸਟੀਚਿਊਟ ਹੈ, ਜਿਨ੍ਹਾਂ ਨੇ ਇਹ ਦਾਅਵਾ ਪਹਿਲਾਂ ਵੀ ਕੀਤਾ ਸੀ ਪਿਛਲੇ ਮਹੀਨੇ ਕਿ ਅਸੀਂ ਅਗਸਤ ਦੇ ਪਹਿਲੇ ਹਫ਼ਤੇ ਦਵਾਈ ਕਰੋਨਾ ਦੀ ਬਣਾ ਲਵਾਂਗੇ ਤੇ ਦੁਨੀਆ ਨੂੰ ਦੇ ਦਿਆਂਗੇ। ਹੁਣ ਉਹਨਾਂ ਨੇ ਫੇਰ ਕਿਹਾ ਕਿ ਉਮੀਦ ਕਰ ਰਹੇ ਕਿ 10 ਅਗਸਤ ਦੇ ਨੇੜੇ ਤੇੜੇ ਸ਼ਾਇਦ ਅਸੀਂ ਦਵਾਈ, ਜਿਹੜੇ ਹੈਲਥ ਕੇਅਰ ਦੇ ਵਰਕਰ ਨੇ, ਫਰੰਟ ਲਾਈਨਰਸ ਨੇ, ਉਹਨਾਂ ਨੂੰ ਤਾਂ ਦਵਾਈ ਦੇਣੀ ਸ਼ੁਰੂ ਕਰ ਦੇਣੀ ਆ, ਪਰ ਆਮ ਲੋਕਾਂ ਨੂੰ ਸ਼ਾਇਦ ਕਹਿੰਦੇ ਅਸੀਂ ਅਕਤੂਬਰ ਦੇ ਵਿੱਚ ਇਹ ਕਰੋਨਾ ਵੈਕਸੀਨ ਦੇ ਦੇਈਏ। ਹੁਣ ਰੂਸ ਦੇ ਸਿਹਤ ਮੰਤਰੀ ਮਖਾਈਲ ਮੁਰਾਸ਼ਕੋ, ਉਹਨਾਂ ਦਾ ਇਹ ਐਲਾਨ ਕਰਨਾ, ਗਾਮਾਲੇਆ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਇਹ ਐਲਾਨ ਕਰਨਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਦਵਾਈ ਬਣਾ ਲਈ ਹੈ। ਦੁਨੀਆ ਵਾਸਤੇ ਸੱਚੀ ਮੁੱਚੀ ਜੇਕਰ ਇਸੇ ਤਰ੍ਹਾਂ ਦੀ ਗੱਲਬਾਤ ਹੋਈ, ਇਹ ਸਟੀਕ ਜਾਣਕਾਰੀ ਉਹ ਦੁਨੀਆ ਨੂੰ ਜੇਕਰ ਦੇ ਰਹੇ ਹੋਏ ਤਾਂ ਬਹੁਤ ਚੰਗੀ ਅਤੇ ਸ਼ੁਭ ਖਬਰ ਹੈ। ਕਿਉਂਕਿ ਦੁਨੀਆ ਦੇ ਵਿਗਿਆਨੀ ਇਹ ਸੋਚ ਰਹੇ ਸੀ ਕਿ ਸ਼ਾਇਦ
ਹਲੇ ਸਮਾਂ ਲੱਗੇਗਾ। WHO ਵੀ ਆਖੀ ਜਾ ਰਿਹਾ ਸੀ ਕਿ ਸ਼ਾਇਦ 2021 ਤੋਂ ਪਹਿਲਾਂ ਸੰਭਾਵਨਾ ਨਹੀਂ ਕੋਈ ਦਵਾਈ ਆਏ, ਪਰ ਹੁਣ ਜਿਵੇਂ ਸਪੁਤਨਿਕ ਸਪੇਸ ਸੈਟੇਲਾਈਟ ਸਭ ਤੋਂ ਪਹਿਲਾਂ ਰੂਸ ਵਾਲੇ ਚੜਾਉਣ ਵਿੱਚ ਕਾਮਯਾਬ ਹੋ ਗਏ ਸੀ, ਉਮੀਦ ਕਰ ਰਹੇ ਹਾਂ ਕਿ ਰੂਸ ਦੇ ਰੱਖਿਆ ਮੰਤਰੀ ਨੇ ਵੀ ਕਿਹਾ ਤੇ ਰੂਸ ਦੇ ਸਿਹਤ ਮੰਤਰੀ ਨੇ ਵੀ ਕਿਹਾ ਕਿ ਅਸੀਂ ਸਫਲਤਾ ਪ੍ਰਾਪਤ ਕਰ ਲਈ ਹੈ, ਅਸੀਂ ਕਲੀਨਿਕਲ ਟ੍ਰਾਇਲ ਵੀ ਪੂਰੇ ਕਰ ਲਏ ਨੇ, ਅਸੀਂ ਦਵਾਈ ਵੀ ਬਣਾ ਲਈ ਹੈ ਤੇ ਉਮੀਦ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਹ ਨਿਰਧਾਰਤ ਕਰ ਦੇਣਗੇ ਕਿ ਕਿਹੜੀ ਤਰੀਕ ਨੂੰ ਕਰੋਨਾ ਦੀ ਵੈਕਸੀਨ ਅਸੀਂ ਫਰੰਟ ਲਾਈਨਰਸ ਨੂੰ ਦੇਣੀ ਸ਼ੁਰੂ ਕਰ ਰਹੇ ਹਾਂ। ਤੇ ਇਹ ਹਲੇ ਖਬਰ ਦੁਨੀਆ ਦੇ ਵਿੱਚ ਨਸ਼ਰ ਹੋ ਹੀ ਰਹੀ ਸੀ। ਇਸੇ ਤਰ੍ਹਾਂ ਇਜ਼ਰਾਈਲ ਵਾਲੇ ਪਾਸਿਓਂ ਖਬਰ ਆ ਗਈ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਆਖਿਆ ਕਿ ਦਵਾਈ ਲਗਭਗ ਅਸੀਂ ਵੀ ਬਣਾ ਲਈ ਹੈ। ਉਹਨਾਂ ਨੇ ਮਈ ਮਹੀਨੇ ਵੀ ਦਾਅਵਾ ਕੀਤਾ ਸੀ ਕਿ ਸ਼ਾਇਦ ਕਰੋਨਾ ਦੀ ਦਵਾਈ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ। ਹੁਣ ਉੱਥੋਂ ਦੇ ਰੱਖਿਆ ਮੰਤਰੀ ਨੇ ਬੇਨੀ ਗਾਰਡਸ ਇਜ਼ਰਾਈਲ ਇੰਸਟੀਚਿਊਟ ਆਫ ਬਾਇਓਲੋਜੀਕਲ ਉੱਥੇ ਰਿਸਰਚ ਦਾ ਦੌਰਾ ਕਰਨ ਗਏ ਸੀ। ਇਸ ਇੰਸਟੀਚਿਊਟ ਦਾ ਦੌਰਾ ਕਰਨ ਗਏ ਉੱਥੋਂ ਦੇ ਜਿਹੜੇ ਮੁਖੀ ਨੇ, ਉਹਨਾਂ ਦਾ ਨਾਮ ਹੈ ਸੈਮੂਅਲ ਸ਼ਪੀਰਾ। ਸੈਮੂਅਲ ਨੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਕਿ ਕਲੀਨਿਕਲ ਟ੍ਰਾਇਲ ਅਸੀਂ ਵੀ ਪੂਰਾ ਕਰ ਲਿਆ, ਐਂਟੀਬੋਡੀਜ਼ ਬਣਾਉਣ ਦੇ ਵਿੱਚ ਵੀ ਸਾਡੀ ਵੈਕਸੀਨ ਬਿਲਕੁਲ ਸਟੀਕ ਹੈ, ਸਹੀ ਹੈ। ਜਿਹੜੇ ਲੋਕਾਂ ਨੂੰ ਦਿੱਤੀ ਗਈ ਹੈ ਇਹਦੇ ਜਿਹੜੇ ਪ੍ਰਭਾਵ ਨੇ, ਨਤੀਜੇ ਨੇ, ਉਹ ਸਹੀ ਸਾਬਤ ਹੋਏ ਨੇ। ਸੋ ਹੁਣ ਇਧਰਲੇ ਪਾਸੋਂ ਵੀ ਖਬਰ ਆ ਗਈ ਹੈ ਕਿ ਇਜ਼ਰਾਈਲ ਵਾਲੇ ਵੀ ਕਰੋਨਾ ਦੀ ਵੈਕਸੀਨ ਸਫਲਤਾਪੂਰਵਕ ਬਣਾਉਣ ਦੇ ਲਈ ਅੱਗੇ ਵਧ ਰਹੇ ਨੇ। ਪਰ ਜਿਸ ਤਰ੍ਹਾਂ ਰੂਸ ਨੇ ਆਖਿਆ ਨਾ ਕਿ ਅਸੀਂ ਤਾਂ ਬਣਾ ਲਈ ਹੈ, ਅਸੀਂ ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਤਰੀਕ ਦੇ ਦੇਣੀ ਹੈ ਕਿ ਕਿਹੜੀ ਤਰੀਕ ਨੂੰ ਅਸੀਂ ਇਸ ਦੀ ਮਨੁੱਖਾਂ ਦੇ ਉੱਤੇ ਫਰੰਟ ਲਾਈਨਰਸ ਨੂੰ ਡੋਜ਼ ਦੇਣੀ ਸ਼ੁਰੂ ਕਰ ਦੇਣਾ। ਪਰ ਹਾਲੇ ਇਜ਼ਰਾਈਲ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਪਰ ਉੱਥੋਂ ਦੇ ਰੱਖਿਆ ਮੰਤਰੀ ਨੇ ਦਾਅਵਾ ਕਰ ਦਿੱਤਾ ਹੈ ਕਿ ਸਾਡੇ ਵਿਗਿਆਨੀ ਵੀ ਕਰੋਨਾ ਦੀ ਵੈਕਸੀਨ ਬਣਾਉਣ ਦੇ ਵਿੱਚ ਕਾਮਯਾਬ ਰਹੇ ਹੈ। ਅਗਲੀ ਖਬਰ ਵੀ ਇੱਕ ਹਾਂ ਪੱਖੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹ ਖਬਰ ਹੈ ਜੈਤੋਂ ਦੀ ਆਸ਼ੀਆ ਗਰਗ ਦੀ। ਆਸ਼ੀਆ ਗਰਗ ਨੇ IAS ਦੀ ਪ੍ਰੀਖਿਆ ਦਿੱਤੀ ਹੈ ਤੇ UPSC ਦੇ ਇਸ ਦਿੱਤੇ ਐਗਜ਼ਾਮ, ਇਸ ਦਿੱਤੀ ਪ੍ਰੀਖਿਆ, ਇਸ ਦਿੱਤੇ ਇਮਤਿਹਾਨ ਦੇ ਵਿੱਚੋਂ ਇਸ ਪੰਜਾਬ ਦੀ ਧੀ ਨੇ, ਆਸ਼ੀਆ ਗਰਗ ਨੇ IAS ਦੀ ਪ੍ਰੀਖਿਆ ਪ੍ਰਾਪਤ ਕਰ ਲਈ ਹੈ ਤੇ ਇਹਦਾ 709ਵਾਂ ਰੈਂਕ ਆਇਆ। ਹੁਣ ਇਹ ਇੱਕ ਆਮ ਦੁਕਾਨਦਾਰ ਦੀ, ਸਧਾਰਨ ਦੁਕਾਨਦਾਰ ਦੀ ਧੀ ਹੈ। ਜਦੋਂ ਆਸ਼ੀਆ ਨੂੰ ਪੁੱਛਿਆ ਗਿਆ ਕਿ ਬੇਟਾ ਤੂੰ ਇਹ ਦੱਸ, ਤੇਰੀ ਇਸ ਮਿਹਨਤ ਦੇ ਪਿੱਛੇ, ਤੇਰੀ ਇਸ ਤਰੱਕੀ ਦੇ ਪਿੱਛੇ, ਤੇਰੀ ਇਸ ਕਾਮਯਾਬੀ ਦੇ ਪਿੱਛੇ ਦਰਅਸਲ ਹੱਥ ਕਿਹਦਾ ਹੈ? ਉਹ ਕਹਿੰਦੀ ਪਹਿਲੀ ਗੱਲ ਇਹ ਕਿ ਮੈਂ ਮਿਹਨਤ ਬਹੁਤ ਸਖਤ ਕੀਤੀ ਹੈ, ਮੈਨੂੰ ਲੱਗਦਾ ਸੀ ਕਿ ਮੈਂ ਇਹ ਕਾਮਯਾਬੀ ਪ੍ਰਾਪਤ ਕਰਕੇ ਰਹਿਣਾ ਤੇ ਮੈਂ ਉਹ ਅਚੀਵ ਕਰ ਲਈ। ਤੇ ਦੂਸਰਾ ਉਹ ਕਹਿੰਦੀ ਮੇਰੇ ਪਰਿਵਾਰ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੇ ਤੂੰ ਸਖਤ ਮਿਹਨਤ ਕਰਦੀ ਰਹਿ। ਕਹਿੰਦੀ ਦੂਸਰਾ ਵੱਡਾ ਹੱਥ ਮੇਰੀ ਇਸ ਕਾਮਯਾਬੀ ਵਿੱਚ ਮੇਰੇ ਪਰਿਵਾਰ ਦਾ। ਜਦੋਂ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਕੀਤੀ ਗਈ, ਹੁਣ ਉਸ ਦੇ ਪਿਤਾ ਜੀ ਕਹਿੰਦੇ ਮੈਨੂੰ ਇਹ ਹੈ ਕਿ ਮੇਰੀ ਧੀ ਨੇ IAS ਤਾਂ ਹੁਣ ਕਰ ਲਈ ਪਾਸ, ਪਰ ਜਿਹੜੇ ਵੀ ਮਹਿਕਮੇ ਦੀ ਇਹਨੂੰ ਜ਼ਿੰਮੇਵਾਰੀ ਦਿੱਤੀ ਜਾਵੇ, ਜਿਹੜੇ ਵੀ ਥਾਂ ਤੇ ਇਸ ਦੀ ਅਪੁਆਇੰਟਮੈਂਟ ਹੋਵੇ, ਉੱਥੇ ਇਹ ਮਿਹਨਤ ਦੇ ਨਾਲ ਝੰਡੇ ਇਸ ਤਰ੍ਹਾਂ ਗੱਡੇ ਤੇ ਇਮਾਨਦਾਰੀ ਦਾ ਸਬੂਤ ਦੇਵੇ। ਹੁਣ ਜੈਤੋਂ ਦੀ ਇਹ ਪਹਿਲੀ ਧੀ ਬਣੀ ਹੈ, ਪਹਿਲੀ ਮੁਟਿਆਰ ਬਣੀ ਹੈ ਜਿਹੜੀ IAS ਬਣੀ ਹੈ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਜਦੋਂ ਸਰਕਾਰੀ ਕਾਲਜ ਜਿੱਥੇ ਉਹ ਪੜ੍ਹਦੀ ਸੀ, ਉੱਥੇ ਜਾ ਕੇ ਪੱਤਰਕਾਰਾਂ ਦੀ ਟੀਮ ਨੇ ਪੁੱਛਿਆ ਕਿ ਆਸ਼ੀਆ ਗਰਗ IAS ਬਣ ਗਈ ਹੈ, ਤੁਸੀਂ ਕੀ ਕਹੋਗੇ? ਪਹਿਲੀ ਗੱਲ ਤੇ ਸਰਕਾਰੀ ਕਾਲਜ ਜੈਤੋਂ ਦੇ ਜਿੰਨੇ ਅਧਿਆਪਕ ਸੀ, ਪ੍ਰੋਫੈਸਰ ਸੀ, ਉਹ ਫੁੱਲੇ ਨਹੀਂ ਸੀ ਸਮਾ ਰਹੇ, ਖੁਸ਼ੀ ਬਹੁਤ ਸੀ ਕਿ ਸਾਡੀ ਇੱਕ ਹੋਣਹਾਰ ਵਿਦਿਆਰਥਣ ਨੇ ਸਫਲਤਾ ਦੇ ਝੰਡੇ ਗੱਡ ਦਿੱਤੇ ਆ। ਕਿਉਂਕਿ IAS ਦੀ ਪ੍ਰੀਖਿਆ ਪਾਸ ਕਰਨੀ ਕੋਈ ਐਵੇਂ ਹਰੇਕ ਬੰਦੇ ਦੀ ਵੱਸ ਦਾ ਰੋਗ ਨਹੀਂ। ਉਹ ਕਹਿੰਦੇ ਮਿਹਨਤੀ ਬਹੁਤ ਸੀ, ਸਾਊ ਬਹੁਤ ਸੀ, ਹਾਸਮੁਖ ਬਹੁਤ ਸੀ, ਟੀਮ ਦੇ ਨਾਲ ਕੰਮ ਕਰਨ ਵਾਲੀ, ਟੀਮ ਪਲੇਅਰ ਭਾਵ ਹੋਰਨਾਂ ਨੂੰ ਨਾਲ ਲੈ ਕੇ ਅੱਗੇ ਤੁਰਨ ਵਾਲੀ ਉਹ ਲੜਕੀ ਹੈ। ਉਹ ਕਹਿੰਦੇ ਸਾਨੂੰ ਉਸ ਦੀ ਪ੍ਰਾਪਤੀ ਤੇ ਮਾਣ ਵੀ ਹੈ, ਨਾਜ਼ ਵੀ ਹੈ ਅਤੇ ਸਾਨੂੰ ਇਹ ਲੱਗਦਾ ਹੈ ਕਿ ਭਵਿੱਖ ਸੁਨਹਿਰਾ ਹੈ ਅਤੇ ਭਵਿੱਖ ਦੇ ਵਿੱਚ ਜੈਤੋਂ ਦਾ ਦੁਨੀਆ ਦੇ ਵਿੱਚ ਹੋਰ ਵੀ ਨਾਮ ਰੌਸ਼ਨ ਕਰੇਗੀ। ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਚੰਗੀ ਖਬਰ ਸੋਨੂ ਸੂਦ ਵਾਲੇ ਪਾਸੋਂ ਫਿਰ ਆਈ ਹੈ। ਸੋਨੂ ਸੂਦ ਨੇ ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋੜਵੰਦਾਂ ਦੀ ਬਾਂਹ ਫੜੀ, ਭੁੱਖਿਆਂ ਨੂੰ ਰੋਟੀ ਦਿੱਤੀ ਹੈ। ਜੇਕਰ ਕਿਸੇ ਦਾ ਪੁੱਤ ਜਾਂ ਧੀ ਕਿਸੇ ਵਿਦੇਸ਼ ਦੇ ਵਿੱਚ ਫਸੇ ਹੋਏ ਸੀ, ਉਹਨਾਂ ਨੂੰ ਜਿਹੜੇ ਕੰਮ ਸਰਕਾਰਾਂ ਦੇ ਸੀ, ਸਰਕਾਰਾਂ ਨਾ ਕਰ ਸਕੀਆਂ, ਸੋਨੂ ਸੂਦ ਨੇ ਉਹ ਸਾਰੇ ਕੀਤੇ ਹੈ। ਇਸ ਗੱਲ ਦੇ ਵਾਸਤੇ ਸੋਨੂ ਸੂਦ ਵਧਾਈ ਦੇ ਪਾਤਰ ਨੇ। ਪਰ ਹੁਣ ਸੋਨੂ ਸੂਦ ਨੂੰ ਉਸਦੇ ਇੱਕ ਮਿੱਤਰ ਦੇ ਰਾਹੀਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਇੱਕ ਵਿਅਕਤੀ ਸੀ ਸਵਰਨ ਸਿੰਘ, ਤੇ ਉਹ ਵਿਅਕਤੀ ਇਹ ਦੱਸ ਰਿਹਾ ਹੈ ਕਿ ਉਸਦੇ ਭਰਾ ਦੀ ਮੌਤ ਹੋਈ ਹੈ
ਉਹਦੇ ਪਤਨੀ ਦੀ ਵੀ ਮੌਤ ਹੋ ਗਈ ਹੈ ਤੇ 4 ਉਸਦੇ ਬੱਚੇ ਨੇ ਕਿ ਮੈਂ ਉਸਦਾ ਪਾਲਣ ਪੋਸ਼ਣ ਕਿਵੇਂ ਕਰਾਂਗਾ, ਮੇਰੇ ਤੇ ਆਪਣੇ ਵੀ ਪਰਿਵਾਰ ਹੈ, ਗਰੀਬ ਹੈ। ਸੋਨੂ ਸੂਦ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨੇ ਨਾਲ ਦੀ ਨਾਲ ਟਵੀਟ ਕਰ ਦਿੱਤਾ। ਸੋਨੂ ਸੂਦ ਨੇ ਟਵੀਟ ਕੀਤਾ, ਉਹ ਕਹਿੰਦਾ ਫਿਕਰ ਨਾ ਕਰਿਓ, ਮੈਂ ਹਲੇ ਦੁਨੀਆ ਦੇ ਵਿੱਚ ਜਿੰਦਾ, ਇਹਨਾਂ ਬੱਚਿਆਂ ਵਾਸਤੇ, ਇਹਨਾਂ ਲੋੜਵੰਦਾਂ ਦੇ ਵਾਸਤੇ ਚੰਗਾ ਘਰ ਵੀ ਹੋਊ, ਇਹਨਾਂ ਲੋੜਵੰਦ ਬੱਚਿਆਂ ਵਾਸਤੇ ਚੰਗੇ ਸਕੂਲ ਦਾ ਇੰਤਜ਼ਾਮ ਵੀ ਹੋਊ, ਇਹਨਾਂ ਚੰਗੇ ਬੱਚਿਆਂ ਦਾ ਭਵਿੱਖ ਸੁਨਹਿਰਾ ਕਰਨ ਦੇ ਵਾਸਤੇ ਮੈਂ ਹਰ ਹੀਲਾ ਵਸੀਲਾ ਲਾ ਦਿਆਂਗਾ। ਤੇ ਉਹਨਾਂ ਨੇ ਇਹ ਦੱਸਿਆ ਕਿ ਬੜੀ ਜਲਦੀ ਮੈਂ ਇਹਨਾਂ ਬੱਚਿਆਂ ਨੂੰ ਆ ਕੇ ਮਿਲਾਂਗਾ। ਤੇ ਦੂਸਰੇ ਪਾਸੇ ਹੁਣ ਆਪਾਂ ਸਰਕਾਰ ਦੇਖਦੇ ਹਾਂ, ਲਗਭਗ 10-15 ਦਿਨ ਹੋ ਚੱਲੇ ਐ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਨਤਾਰਨ ਗਏ ਨੇ। ਵਿਰੋਧੀ ਤਾਂ ਇੱਥੋਂ ਤੱਕ ਇਲਜ਼ਾਮ ਲਾਉਂਦੇ ਨੇ ਕਿ ਲੋਕਾਂ ਦੇ ਘਰਾਂ 'ਚ ਨਹੀਂ ਗਏ, ਉੱਥੇ ਪੁਲਿਸ ਲਾਈਨ ਦੇ ਵਿੱਚ ਬੈਠ ਕੇ ਫੋਟੋਆਂ ਖਿਚਾ ਕੇ ਮੁੜ ਆਏ ਐ। ਪਰ ਮੈਂ ਦੱਸ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਤਰਨਤਾਰਨ ਦੇ ਵਿੱਚ ਗਏ ਐ, ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਮਰ ਗਏ ਨੇ ਜ਼ਹਿਰੀਲੀ ਸ਼ਰਾਬ ਪੀ ਕੇ 5-5 ਲੱਖ ਰੁਪਈਆ ਦਿਆਂਗਾ, ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਏਗੀ, ਉਹਨਾਂ ਦੇ ਮਨਰੇਗਾ ਕਾਰਡ ਬਣਾਏ ਜਾਣਗੇ ਅਤੇ ਜੇਕਰ ਕਿਸੇ ਦਾ ਘਰ ਕੱਚਾ ਤੇ ਘਰ ਪੱਕਾ ਬਣਾ ਕੇ ਦਿੱਤਾ ਜਾਏਗਾ। ਪਰ ਦੂਸਰੇ ਪਾਸੇ ਜਦੋਂ ਇਸੇ ਹੀ ਗੱਲ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਗਿਆ, ਉਹ ਕਹਿੰਦੇ ਚਲੋ ਸ਼ੁਕਰ ਹੈ ਸਾਡਾ ਕੁੰਭਕਰਨ ਵੀ ਸੁੱਤਾ ਉੱਠਿਆ। 5 ਮਹੀਨੇ ਬਾਅਦ ਕਹਿੰਦੇ ਚਲੋ ਘੱਟੋ ਘੱਟ ਲੋਕਾਂ ਨੂੰ ਤਾਂ ਦਰਸ਼ਨ ਹੋਏ ਇਸ ਭੱਦਰ ਪੁਰਸ਼ ਦੇ। ਉਹ ਕਹਿੰਦੇ ਮੈਨੂੰ ਸਾਰੇ ਕਾਂਗਰਸੀ ਕਹੀ ਜਾਂਦੇ ਨੇ ਕਿ ਮੈਂ ਮਾੜਾ ਕੀਤਾ, ਮੈਂ ਮਾੜਾ ਕੀਤਾ। ਜੇ ਮੈਂ ਬੋਲਿਆ, ਜੇ ਮੈਂ ਤੇ ਸ਼ਮਸ਼ੇਰ ਸਿੰਘ ਦੁੱਲੋਂ ਅਸੀਂ ਗਵਰਨਰ ਨੂੰ ਜਾ ਕੇ ਮਿਲੇ ਸੀ, ਆ ਉਸੇ ਚੀਜ਼ ਦਾ ਨਤੀਜਾ ਹੈ ਕਿ ਮਹਿਲਾਂ ਦੇ ਵਿੱਚੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਕੱਢਣ ਦੇ ਵਿੱਚ ਸਫਲ ਹੋ ਗਏ ਹਾਂ। ਉਹ ਕਹਿੰਦੇ ਬੀਤੇ ਦਿਨਾਂ ਤੋਂ ਹਵਾਈ ਬਿਆਨ ਹੀ ਆ ਰਹੇ ਸੀ, ਕਾਗਜ਼ੀ ਬਿਆਨ ਹੀ ਆ ਰਹੇ ਸੀ, ਅਖਬਾਰੀ ਖਬਰਾਂ ਹੀ ਆ ਰਹੀਆਂ ਸੀ, ਪਰ ਤਰਨਤਾਰਨ ਨਹੀਂ ਸੀ ਆਈ। ਹੁਣ ਉਹ ਕਹਿੰਦੇ ਭਾਵੇਂ ਮੇਰੇ ਤੇ ਇਲਜ਼ਾਮ ਲੱਗੀ ਜਾਣ, ਉਹ ਕਹਿੰਦੇ ਸੁਨੀਲ ਜਾਖੜ ਨੂੰ ਚਾਹੀਦਾ ਤਾਂ ਇਹ ਸੀ ਕਿ ਇਸੇ ਗੁਰਦਾਸਪੁਰ ਦੇ ਵਿੱਚੋਂ ਚੋਣ ਲੜੀ ਸੀ ਸੁਨੀਲ ਜਾਖੜ ਨੇ, ਭਾਵੇਂ ਚੋਣ ਹਾਰ ਗਏ ਸੀ, ਪਰ ਉਹਨਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀ। ਉਹ ਕਹਿੰਦੇ ਖੜੇ ਕਿੱਧਰ, ਉਹ ਤੋਤੇ ਵਾਂਗੂ ਬੋਲੀ ਕਿਹਦੀ ਬੋਲੇ, ਕੈਪਟਨ ਅਮਰਿੰਦਰ ਸਿੰਘ ਦੀ। ਉਹ ਕਹਿੰਦੇ ਸੋਨੀਆ ਗਾਂਧੀ ਨੂੰ ਚਿੱਠੀ ਇੱਕ ਨਹੀਂ ਭਾਵੇਂ 1000 ਲਿਖ ਦੇਣ, ਮੈਂ ਦੇਖਦਾ ਕਿ ਸੋਨੀਆ ਗਾਂਧੀ ਸਾਨੂੰ ਪਾਰਟੀ ਚੋਂ ਕੱਢਦੀ ਹੈ ਜਾਂ ਕਿਸੇ ਹੋਰ ਨੂੰ ਕੱਢਦੀ ਹੈ। ਕਹਿੰਦੇ ਮੈਂ ਚੈਲੰਜ ਕਰਦਾ, ਮੈਂ ਕਹਿੰਦੇ ਲੋਕਾਂ ਦਾ ਨੁਮਾਇੰਦਾ ਤੇ ਲੋਕਾਂ ਦੀ ਗੱਲ ਕੀਤੀ ਹੈ। ਤੇ ਇਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੀ ਬੋਲੀ ਬੋਲ ਰਿਹਾ, ਇਹ ਸਰਕਾਰ ਦੀ ਬੋਲੀ ਬੋਲ ਰਿਹਾ। ਤੇ ਦੂਸਰੇ ਪਾਸੇ ਕੈਬਨਿਟ ਨੇ ਯੂਨਾਨੀ ਮਸਲੀ ਆਖ ਦਿੱਤਾ ਕਿ ਸ਼ਮਸ਼ੇਰ ਸਿੰਘ ਦੁੱਲੋ ਨੂੰ ਵੀ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਾਂਗਰਸ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ, ਕਿਉਂਕਿ ਇਹ ਜਿਹੜੀ ਥਾਲੀ 'ਚ ਖਾ ਰਹੇ ਨੇ, ਸ਼ੇਕ ਕਰ ਰਹੇ ਨੇ। ਹੁਣ ਬਾਜਵਾ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਮੇਰੀ ਸਿਕਿਉਰਿਟੀ ਤੇ ਸਵਾਲ ਉਠਾਏ ਜਾ ਰਹੇ ਨੇ ਨਾ, ਕਿ ਮੈਨੂੰ ਸਿਕਿਉਰਿਟੀ ਵਧਾਈ ਗਈ ਹੈ ਤੇ ਕਈਆਂ ਦੀ ਘਟਾਈ ਗਈ ਹੈ। ਉਹ ਕਹਿੰਦੇ ਇਤਿਹਾਸ ਦੇਖੋ ਝੁੱਕ ਕੇ, ਜਦੋਂ ਪੰਜਾਬ ਦੇ ਵਿੱਚ ਕਹਿੰਦੇ ਮਾੜਾ ਦੌਰ, ਕਾਲਾ ਦੌਰ ਚੱਲ ਰਿਹਾ ਸੀ, ਸ਼ਮਸ਼ੇਰ ਸਿੰਘ ਦੁੱਲੋਂ ਤੇ ਬਾਜਵਾ ਪਰਿਵਾਰ ਦੇ ਉੱਤੇ ਹਮਲੇ ਹੁੰਦੇ ਰਹੇ ਨੇ। ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਸਾਨੂੰ ਸਿਕਿਉਰਿਟੀ ਦਿੱਤੀ ਹੋਈ ਹੈ। ਅਸੀਂ ਕਹਿੰਦੇ ਥੁੱਕ ਨਾਲ ਬੜੇ ਨਹੀਂ ਪਕਾਉਂਦੇ, ਥੁੱਕ ਨਾਲ ਪਰੌਂਠੇ ਨਹੀਂ ਪਕਾਉਂਦੇ, ਅਸੀਂ ਲੋਕਾਂ ਦੀਆਂ ਗੱਲਾਂ ਕਰਦੇ ਹਾਂ, ਲੋਕ ਹਿੱਤ ਵਿੱਚ ਗੱਲਾਂ ਕਰਦੇ ਹਾਂ। ਅਸੀਂ ਕਿਸੇ ਮੁੱਖ ਮੰਤਰੀ ਦੇ ਹੱਕ ਵਿੱਚ ਨਹੀਂ ਬੋਲ ਰਹੇ, ਭਾਵੇਂ ਕੋਈ ਕੁਝ ਕਹੇ, ਪਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ ਨੇ ਜਿਹੜੀ ਗੱਲ ਕਹੀ ਹੈ, ਵਿਰੋਧੀ ਧਿਰਾਂ ਵੀ ਉਹੀ ਆਖ ਰਹੇ ਨੇ ਤੇ ਲੋਕ ਵੀ ਉਹੀ ਆਖ ਰਹੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਵੀ ਤਰਨਤਾਰਨ ਦੇ ਵਿੱਚ ਜਾ ਕੇ ਇਹੀ ਆਖ ਕੇ ਆਏ ਨੇ ਕਿ ਮੈਂ ਹਾਲੇ ਕਿਸੇ ਦੋਸ਼ੀ ਦਾ ਨਾਮ ਨਹੀਂ ਲਵਾਂਗਾ ਜਿੰਨੀ ਦੇਰ ਕੋਈ ਦੋਸ਼ੀ ਸਾਬਤ ਨਹੀਂ ਹੋ ਜਾਂਦਾ। ਇਹਨਾਂ ਨੇ ਤਾਂ ਇਹੋ ਹੀ ਕਿਹਾ ਸੀ ਨਾ ਕਿ ਜਾਂਚ CBI ਤੋਂ ਹੋਣੀ ਚਾਹੀਦੀ ਹੈ। ਸਾਰੇ ਲੋਕ ਆਖ ਰਹੇ ਨੇ ਕਿ ਜਾਂਚ CBI ਤੋਂ ਹੋਣੀ ਚਾਹੀਦੀ ਹੈ, ਪਰ ਪੰਜਾਬ ਕਾਂਗਰਸ ਵਾਲੇ ਕਹਿੰਦੇ ਨੇ ਕਿ ਜਿੰਨੀ ਦੇਰ ਸਾਡੀ ਪੁਲਿਸ ਸਾਡੇ ਕੋਲ ਆ, ਉਨੀ ਦੇਰ ਅਸੀਂ ਕਿਸੇ ਕੇਂਦਰ ਦੀ ਏਜੰਸੀ ਨੂੰ ਜਾਂਚ ਦੇਣਾ ਨਹੀਂ ਚਾਹੁੰਦੇ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਇਹ ਵੀ ਆਏ ਨੇ ਕਿ ਜਿੰਨੀ ਦੇਰ ਦੋਸ਼ੀ ਦਾ ਪਤਾ ਨਹੀਂ ਲੱਗਦਾ, ਉਨੀ ਦੇਰ ਅਸੀਂ ਕਿਸ ਦਾ ਨਾਂ ਨਹੀਂ ਲਵਾਂਗੇ, ਪਰ ਬਖਸ਼ਿਆ ਕਿਸੇ ਨੂੰ ਨਹੀਂ ਜਾਏਗਾ। ਸਜ਼ਾਵਾਂ ਵੀ ਸਖਤ ਹੋਣਗੀਆਂ ਤੇ ਉਸ ਕਾਨੂੰਨ ਦੇ ਵਿੱਚ ਤਰਮੀਮ ਵੀ ਕੀਤੀ ਜਾ ਰਹੀ ਹੈ ਕਿ ਜ਼ਹਿਰੀਲੀ ਸ਼ਰਾਬ ਵੇਚਣ ਵਾਲਾ ਭਾਵੇਂ ਕੋਈ ਵੀ ਵਿਅਕਤੀ ਹੋਵੇ, ਉਹਨੂੰ ਸਜ਼ਾ ਵੀ ਸਖਤ ਮਿਲੇ ਅਤੇ ਅੱਗੇ ਤੋਂ ਉਸ ਦਾ ਹੀਆ ਨਾ, ਉਸ ਦਾ ਹੌਸਲਾ ਨਾ ਪਵੇ ਕਿ ਮੈਂ ਇਸ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਧੰਦਾ ਕਰਾਂ। ਤੇ ਨਾਲ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਮੱਧ ਪ੍ਰਦੇਸ਼ ਦੇ ਵਿੱਚੋਂ ਮਿਲ ਰਹੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਹੈ ਪ੍ਰੇਮ ਸਿੰਘ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਅਸੀਂ 2 ਕਰੋੜ ਸੀ, 2.5 ਕਰੋੜ, ਪਰ ਸਿਕਲੀਗਰ, ਸਿੱਖ, ਵਣਜਾਰੇ, ਜਿਹੜੇ ਇਹ ਭਾਈਚਾਰਾ ਸੀ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦੇ ਨਾਲ ਹਮੇਸ਼ਾ ਹੀ ਰਿਹਾ, ਅਸੀਂ ਉਹਨਾਂ ਨੂੰ ਬਾਹਰ ਕੱਢ ਦਿੱਤਾ। ਜੇਕਰ ਅਸੀਂ ਉਹਨਾਂ ਨੂੰ ਵੇਖੀਏ ਨਾ, ਗਿਣਤੀ ਕਰੀਏ ਤਾਂ ਸਾਡੀ ਗਿਣਤੀ 13, 14 ਜਾਂ 15 ਕਰੋੜ ਵੀ ਹੋ ਸਕਦੀ ਹੈ। ਉਹ ਗਰੀਬੀ ਦੀ ਹਾਲਤ ਵਿੱਚ ਨੇ। ਚੰਗੀ ਗੱਲ ਇਹ ਹੈ
ਕਿ ਹਾਲੇ ਤੱਕ ਵੀ ਆਪਣੇ ਉਹ ਕੇਸ ਕਤਲ ਨਹੀਂ ਕਰਦੇ। ਉਹ ਇੱਕ ਦੂਜੇ ਨੂੰ ਮਿਲਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਉਹ ਅੱਜ ਵੀ ਕਹਿੰਦੇ ਨੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਪਰ ਮੱਧ ਪ੍ਰਦੇਸ਼ ਦੇ ਵਿੱਚ ਇੱਕ ਘਟਨਾ ਵਾਪਰੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਬੜਵਾਨੀ, ਜੋ ਕਿ ਪਲਸੂਦ ਥਾਣੇ ਦੇ ਵਿੱਚ ਪੈਂਦਾ ਹੈ, ਉੱਥੇ ਇੱਕ ਵਿਅਕਤੀ ਪ੍ਰੇਮ ਸਿੰਘ ਜਿਹੜਾ ਸਾਬਤ-ਸੂਰਤ ਸਿੱਖ ਹੈ, ਉੱਥੇ ਜਿੰਦੇ ਤੇ ਕੁੰਜੀਆਂ, ਤਾਲੇ ਤੇ ਚਾਬੀਆਂ, ਉਹਦੀ ਵਿਚਾਰਾ ਬਾਹਰਲੇ ਪਾਸੇ ਇੱਕ ਦੁਕਾਨ ਲਾ ਕੇ ਬੈਠ ਜਾਂਦਾ ਸੜਕ ਦੇ ਕਿਨਾਰੇ। ਜਾਣਕਾਰੀ ਜਿਹੜੀ ਉਧਰਲੇ ਪਾਸੋਂ ਮਿਲ ਰਹੀ ਹੈ ਉਸ ਦੇ ਮੁਤਾਬਕ ਪੁਲਿਸ ਵਾਲੇ ਉਹਦੇ ਕੋਲੋਂ ਪੈਸੇ ਮੰਗਦੇ ਸੀ, ਜੇਕਰ ਤੂੰ ਸੜਕ ਦੇ ਕਿਨਾਰੇ ਜਿੰਦੇ ਕੁੰਜੀਆਂ ਵੇਚਣ ਨੇ ਬੈਠ ਕੇ ਤਾਂ ਸਾਨੂੰ ਇਹਦਾ ਕਿਰਾਇਆ ਦੇ, ਸਾਨੂੰ ਇਹਦਾ ਪੈਸਾ ਚਾਹੀਦਾ, ਸਾਨੂੰ ਇਹਦਾ ਮਹੀਨਾ ਚਾਹੀਦਾ। ਉਹ ਨਹੀਂ ਮੰਨਿਆ। ਉਹਦੀ ਦਸਤਾਰ ਵੀ ਉਤਾਰੀ ਗਈ, ਉਹਨੂੰ ਬੁਰਾ ਭਲਾ ਵੀ ਆਖਿਆ ਗਿਆ। ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ, ਉਹਨੇ ਵੱਡੇ ਪੱਧਰ ਤੇ ਵਾਇਰਲ ਹੋਈ ਹੈ। ਤੇ ਉਹਦੇ ਕਾਰਨ ਉਹਦੀ ਖਿੱਚ ਤੂੰ ਕੀਤੀ ਗਈ ਤੇ ਖਿੱਚਿਆ ਗਿਆ ਉਹਨੂੰ ਉਹਦੇ ਕੇਸਾਂ ਤੋਂ ਫੜ ਕੇ, ਵਾਲਾਂ ਤੋਂ ਫੜ ਕੇ। ਵੀਡੀਓ ਵਾਇਰਲ ਹੁੰਦੀ ਹੁੰਦੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਕੋਲ ਇਹ ਵੀਡੀਓ ਚਲੇ ਗਈ। ਉਹਨਾਂ ਨੇ ਕਿਹਾ, ਕਹਿੰਦੇ ਉੱਚ ਪੱਧਰੀ ਜਾਂਚ ਕਰੋ। ਇੱਕ ਵਿਅਕਤੀ ਦੀ ਸ਼ਰੇਆਮ ਖਿੱਚ ਤੂੰ, ਉਹਦੀ ਦਸਤਾਰ ਉਤਾਰੀ ਗਈ, ਉਹਦੇ ਵਾਲਾਂ ਤੋਂ ਫੜ ਕੇ ਉਹਨੂੰ ਖਿੱਚਿਆ ਗਿਆ, ਧੂਹਿਆ ਗਿਆ। ਇਹ ਜਾਇਜ਼ ਨਹੀਂ, ਇਹ ਨਜਾਇਜ਼ ਹੈ। ਪਰ ਹੁਣ ਪੁਲਿਸ ਦਾ ਜਿਹੜਾ ਪੱਖ ਹੈ, ਪੁਲਿਸ ਦੇ ਐਸਪੀ ਸਾਹਿਬ ਇੱਕ ਕਹਿ ਰਹੇ ਨੇ, ਕਹਿੰਦੇ ਜਿਹੜਾ ਇਹ ਬੰਦਾ ਨਾ ਪ੍ਰੇਮ ਸਿੰਘ ਇੱਕ ਦਿਨ ਮੋਟਰਸਾਈਕਲ ਤੇ ਆਉਂਦਾ ਸੀ, ਪਿੱਛੇ ਦੇ ਇੱਕ ਬੰਦਾ ਬੈਠਾ ਸੀ। ਜਦੋਂ ਅਸੀਂ ਇਸ ਨੂੰ ਨਾਕੇ ਤੇ ਰੋਕਿਆ, ਇਹਦੇ ਕੋਲ ਲਾਇਸੈਂਸ ਨਹੀਂ ਸੀ, ਪਿਛਲੇ ਬੰਦੇ ਦੀ ਸ਼ਰਾਬ ਪੀਤੀ ਹੋਈ ਸੀ ਤੇ ਉੱਥੋਂ ਹੀ ਆ ਗਏ। ਤੇ ਅਸੀਂ ਤਾਂ ਇਹਨੂੰ ਪੁੱਛਣ ਆਏ ਸੀ, ਇਹਦੇ ਉੱਤੇ ਜੱਬਲਪੁਰ ਦੇ ਵਿੱਚ 3 ਚੋਰੀ ਦੇ ਪਰਚੇ ਦਰਜ ਹੋਏ ਨੇ। ਅਸੀਂ ਪ੍ਰੇਮ ਸਿੰਘ ਨੂੰ ਪੁੱਛ-ਗਿੱਛ ਵਾਸਤੇ ਥਾਣੇ ਲੈ ਕੇ ਜਾਣਾ ਚਾਹੁੰਦੇ ਸੀ, ਪਰ ਜਦੋਂ ਇਹ ਸਾਡੇ ਨਾਲ ਗਿਆ ਨਹੀਂ, ਇਹਨੇ ਮਾਮਲੇ ਨੂੰ ਹੋਰ ਤੂਲ ਦੇ ਦਿੱਤੀ। ਹੁਣ ਜਦੋਂ ਕਮਲ ਨਾਥ ਜਿਹੜੇ ਇਸ ਵਕਤ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਉਹਨਾਂ ਕੋਲ ਦੋਵੇਂ ਸਟੋਰੀਆਂ ਚੱਲੀਆਂ ਗਈਆਂ। ਪੁਲਿਸ ਆਪਣੀ ਇਹ ਸਟੋਰੀ ਦੱਸ ਰਹੀ ਹੈ ਤੇ ਦੂਸਰੇ ਪਾਸੇ ਦੁਨੀਆ ਦੇ ਕੋਲ ਜਿਹੜੀ ਸਟੋਰੀ ਸੋਸ਼ਲ ਮੀਡੀਆ ਤੇ ਫਿਰ ਰਹੀ ਹੈ ਕਿ ਕੁਝ ਪੁਲਿਸ ਵਾਲੇ ਧੱਕਾ ਮੁੱਕੀ ਕਰ ਰਹੇ ਆ, ਦਸਤਾਰ ਉਤਾਰ ਰਿਹਾ ਤੇ ਉਹਨੂੰ ਵਾਲਾਂ ਤੋਂ, ਕੇਸਾਂ ਤੋਂ ਫੜ ਕੇ ਖਿੱਚ ਰਹੇ ਆ। ਉਹ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਦੇਖ ਲਓ ਲੋਕੋ, ਮੇਰੇ ਨਾਲ ਧੱਕਾ ਹੋ ਰਿਹਾ ਹੈ। ਹੁਣ ਕਿਹੜੀ ਗੱਲ ਸੱਚੀ ਹੈ ਤੇ ਕਿਹੜੀ ਝੂਠੀ ਹੈ, ਇਹਦੀ ਤਾਂ ਜਾਂਚ ਬਿਠਾ ਦਿੱਤੀ, ਪਰ ਇਸ ਗੱਲ ਤੋਂ ਨਹੀਂ ਮੁੱਕਰਿਆ ਜਾ ਸਕਦਾ ਕਿ ਪ੍ਰੇਮ ਸਿੰਘ ਦੀ ਪੱਗ ਵੀ ਲੱਥੀ ਹੈ, ਪ੍ਰੇਮ ਸਿੰਘ ਦੇ ਕੇਸਾਂ ਤੋਂ ਫੜ ਕੇ ਧੂਹਿਆ ਵੀ ਗਿਆ, ਕੇਸਾਂ ਦੀ ਬੇਅਦਬੀ ਵੀ ਹੋਈ ਹੈ। ਹੁਣ ਇਹ ਜਾਂਚ ਪੜਤਾਲ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ, ਜਿਵੇਂ ਜਿਵੇਂ ਇਹਦੀ ਕੋਈ ਅਪਡੇਟ ਹੁੰਦੀ ਗਈ, ਤੁਹਾਡੇ ਨਾਲ ਤੁਹਾਨੂੰ ਮੈਂ ਇਸ ਖਬਰ ਦੇ ਨਾਲ ਜੋੜ ਕੇ ਰੱਖਣ ਦੇ ਸਾਰਥਕ ਯਤਨ ਕਰਾਂਗਾ। ਇਹ ਸਨ ਦੋਸਤੋ ਅੱਜ ਕੁਝ ਖਬਰਾਂ। ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਜਿੱਥੇ ਤੁਹਾਡੇ ਕੋਲੋਂ ਆਗਿਆ ਚਾਹੁੰਦਾ ਹੈ, ਉੱਥੇ ਜਾਣ ਵੇਲੇ ਅਪੀਲ ਵੀ ਕਰਨੀ ਚਾਹੁੰਦਾ ਹੈ ਕਿ ਜੇਕਰ ਇਹ ਵੀਡੀਓ ਚੰਗਾ ਲੱਗਿਆ ਤਾਂ ਅੱਗੇ ਸ਼ੇਅਰ ਵੀ ਕਰਿਓ, ਲਾਈਕ ਵਾਲਾ ਬਟਨ ਵੀ ਦਬਾ ਦਿਓ ਅਤੇ ਚੈਨਲ ਸਬਸਕ੍ਰਾਈਬ ਵੀ ਕਰਨ ਦੀ ਕੋਸ਼ਿਸ਼ ਕਰਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।